ਤੁਸੀਂ ਦੇਖ ਰਹੇ ਹੋ NOI 24। ਦੁਨੀਆ 'ਚ ਯੁੱਧ ਦੇ ਹਾਲਾਤ ਬਣੇ ਹੀ ਰਹਿੰਦੇ ਹਨ। ਦੋ ਦੇਸ਼ਾਂ ਵਿੱਚ ਟਕਰਾਵ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਅਸਰ ਪੂਰੀ ਦੁਨੀਆ ਤੇ ਇਸ ਦਾ ਪੈਂਦਾ ਹੈ। ਇੱਦਾਂ ਦੇ ਹੀ ਹਾਲਾਤ ਯੂਕਰੇਨ ਅਤੇ ਰੂਸ ਵਿੱਚ ਬਣੇ ਹੋਏ ਹਨ। ਜੀ ਹਾਂ, ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ, ਪਰ ਰੂਸੀ ਰਾਸ਼ਟਰਪਤੀ ਪੁਤਿਨ ਅਜਿਹਾ ਕਿਉਂ ਕਰ ਰਹੇ ਹਨ ਅਤੇ ਉਹ ਕੀ ਚਾਹੁੰਦੇ ਹਨ, ਅਸੀਂ ਤੁਹਾਨੂੰ ਸਾਰਾ ਮਾਮਲਾ ਦੱਸ ਰਹੇ ਹਾਂ। ਇਸ ਵਿਵਾਦ ਦੀ ਜੜ ਹੈ ਨਾਟੋ ਇੱਕ 30 ਦੇਸ਼ਾਂ ਦਾ ਰੱਖਿਅਕ ਗੱਠਜੋੜ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 12 ਦੇਸ਼ਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਹਮਲੇ ਦੀ ਸਥਿਤੀ ਵਿੱਚ ਇੱਕ ਦੂਜੇ ਦੀ ਮਦਦ ਕਰਨਗੇ। ਫਿਲਹਾਲ ਇਸ ਸਮੇਂ ਇਸ ਵਿੱਚ 30 ਦੇਸ਼ ਸ਼ਾਮਲ ਹਨ। ਯੂਰਪ ਦੇ ਕਈ ਦੇਸ਼ ਹਨ, ਅਮਰੀਕਾ, ਬ੍ਰਿਟੇਨ ਦੇਸ਼ ਵੀ ਇਸ ਵਿੱਚ ਸ਼ਾਮਲ ਹਨ। ਯੂਕਰੇਨ ਇਸ ਵਿੱਚ ਸ਼ਾਮਲ ਨਹੀਂ ਹੈ, ਪਰ ਉਹ ਭਵਿੱਖ ਵਿੱਚ ਨਾਟੋ ਵਿੱਚ ਸ਼ਾਮਲ ਹੋ ਸਕਦਾ ਹੈ। ਰੂਸ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਯੂਕਰੇਨ ਯੂਰਪ ਨਾਲ ਸੰਬੰਧ ਨਾ ਵਧਾਵੇ। ਰੂਸ ਨਹੀਂ ਚਾਹੁੰਦਾ ਕਿ ਯੂਕਰੇਨ ਦੇ ਨਾਟੋ ਨਾਲ ਸੰਬੰਧ ਹੋਣ। ਪੁਤਿਨ ਨੂੰ ਪੱਛਮੀ ਅਤੇ ਯੂਕਰੇਨ ਦੋਵਾਂ ਤੋਂ ਗਾਰੰਟੀ ਦੀ ਲੋੜ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਉਹਨਾਂ ਦੀ ਮੰਗ ਹੈ ਕਿ ਨਾਟੋ ਆਪਣੇ ਹਥਿਆਰ ਰੂਸ ਦੀ ਸਰਹੱਦ 'ਤੇ ਨਾ ਲਗਾਵੇ ਅਤੇ ਹੌਲੀ-ਹੌਲੀ ਨਾਟੋ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਤੋਂ ਫੌਜ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਵਾਪਸ ਲੈ ਲਵੇ। ਪੁਤਿਨ ਦਾ ਵਿਚਾਰ ਹੈ ਕਿ ਪੱਛਮ ਨੇ ਉਹਨਾਂ ਨਾਲ 1990 ਵਿੱਚ ਵਾਅਦਾ ਕੀਤਾ ਸੀ ਕਿ ਉਹ ਪੂਰਬ ਵੱਲ 1 ਇੰਚ ਵੀ ਨਹੀਂ ਵਧਣਗੇ, ਪਰ ਇਹ ਵਾਅਦਾ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਕੀਤਾ ਗਿਆ ਸੀ। ਬਾਅਦ ਦੇ ਸਾਲਾਂ ਵਿੱਚ ਸਿਖਾਇਲ ਨੇ ਖੁਦ ਹੀ ਕਿਹਾ ਸੀ ਕਿ ਨਾਟੋ ਦੇ ਵਿਸਥਾਰ ਬਾਰੇ ਕੋਈ ਚਰਚਾ ਨਹੀਂ ਹੋਈ ਸੀ। ਇੱਕ ਮਾਮਲਾ ਇਹ ਵੀ ਹੈ ਕਿ ਰੂਸ ਯੂਕਰੇਨ ਨੂੰ ਆਪਣਾ ਹੀ ਸਮਝਦਾ ਹੈ। ਉਸ ਦੇ ਹਿਸਾਬ ਨਾਲ ਯੂਕਰੇਨ ਬਣਾਇਆ ਹੀ ਰੂਸ ਨੇ ਹੈ। ਉਹਨਾਂ ਨੇ 1996 ਵਿੱਚ ਦੂਜੇ ਸਮਝੌਤੇ 'ਤੇ ਦਸਤਖਤ ਕੀਤੇ ਸਨ ਕਿ ਉਹ ਯੂਕਰੇਨ ਨੂੰ ਇੱਕ ਸੁਤੰਤਰ ਅਤੇ ਸੰਜੀਦਾ ਦੇਸ਼ ਮੰਨਣਗੇ। ਪਰ ਪਿਛਲੇ ਸਾਲ ਹੀ ਪੁਤਿਨ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਇੱਕ ਹੀ ਦੇਸ਼ ਹਨ ਅਤੇ ਯੂਕਰੇਨ ਪੱਛਮ ਦੀ ਕਠਪੁਤਲੀ ਹੈ। ਇਹ ਕਦੇ ਵੀ ਸਹੀ ਦੇਸ਼ ਨਹੀਂ ਸੀ। ਜਦੋਂ 1991 ਵਿੱਚ ਸੋਵੀਅਤ ਯੂਨੀਅਨ ਜਦ ਟੁੱਟਿਆ, ਉਦੋਂ ਤੋਂ ਰੂਸ, ਯੂਕਰੇਨ ਅਤੇ ਹੋਰ 13 ਵੱਖ-ਵੱਖ ਦੇਸ਼ਾਂ ਦੀਆਂ ਆਪਣੀਆਂ ਸਰਕਾਰਾਂ ਅਤੇ ਕਾਨੂੰਨ ਹਨ, ਪਰ ਯੂਕਰੇਨ ਦੇ ਬਹੁਤ ਸਾਰੇ ਲੋਕ ਰੂਸ ਨਾਲ ਵਧੇਰੇ ਸੰਬੰਧ ਰੱਖਦੇ ਹਨ। ਰੂਸ ਨੇ ਯੂਕਰੇਨ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਵੀ ਕਰ ਲਿਆ ਹੈ। ਲੁਹਾਨਸਕ ਅਤੇ ਡੋਨੇਟਸਕ ਉਹੀ ਖੇਤਰ ਹਨ ਜੋ ਪਿਛਲੇ 8 ਸਾਲਾਂ ਤੋਂ ਇਹਨਾਂ ਵੱਖਵਾਦੀਆਂ ਦੇ ਕਬਜ਼ੇ ਹੇਠ ਹਨ ਅਤੇ 21 ਫਰਵਰੀ ਨੂੰ ਇਹਨਾਂ ਦੋਹਾਂ ਥਾਵਾਂ ਨੂੰ ਰੂਸ ਨੇ ਮਾਨਤਾ ਦਿੱਤੀ ਸੀ। 2014 ਵਿੱਚ ਰੂਸ ਸਮਰਥਿਤ ਵੱਖਵਾਦੀਆਂ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ। ਇਹਨਾਂ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਗਿਆ ਸੀ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੀ ਮਦਦ ਕਰ ਰਿਹਾ ਸੀ। ਰੂਸ ਇਸ ਗੱਲ ਤੋਂ ਉਸ ਸਮੇਂ ਇਨਕਾਰ ਕਰਦਾ ਰਿਹਾ ਹੈ ਜਦੋਂ ਰੂਸ ਨੇ ਯੂਕਰੇਨ ਦੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ। 2015 ਜੰਗ ਬੰਦ ਹੋ ਗਈ, ਪਰ ਫਿਰ ਵੀ ਤਣਾਅ ਖਤਮ ਨਹੀਂ ਹੋਇਆ। ਪੁਤਿਨ ਨੇ ਦੋਵਾਂ ਵਿਚਕਾਰ ਇਹ ਵੀ ਦਲੀਲ ਦਿੱਤੀ ਕਿ ਜੇਕਰ ਯੂਕਰੇਨ ਨਾਟੋ ਵਿੱਚ ਸ਼ਾਮਲ ਹੁੰਦਾ ਹੈ ਤਾਂ ਨਾਟੋ ਕ੍ਰੀਮੀਆ ਨੂੰ ਖੋਹ ਲਵੇਗਾ। ਸਵਾਲ ਇਹ ਵੀ ਹੈ ਕਿ ਰੂਸ ਕਿਸ ਹੱਦ ਤੱਕ ਜਾਵੇਗਾ। ਪੁਤਿਨ ਉਦੋਂ ਰੁਕ ਸਕਦਾ ਹੈ ਜਦੋਂ ਤੱਕ ਉਹ ਯੂਕਰੇਨ ਵਿੱਚ ਸ਼ਾਂਤੀ ਜ਼ਾਬਤਾ ਨਹੀਂ ਤੋੜਦਾ, ਪਰ ਕੂਟਨੀਤਕ ਹੱਲ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਬਸ ਇਹੀ ਜਾਪਦਾ ਹੈ ਕਿ ਰੂਸ ਹੋਰ ਅੱਗੇ ਵਧੇਗਾ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਰੂਸ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲਾ ਕਰੇਗਾ, ਜਿੱਥੇ 2.8 ਮਿਲੀਅਨ ਲੋਕ ਰਹਿੰਦੇ ਹਨ। ਰੂਸ ਯੂਕਰੇਨ ਦੀ ਲੋਕਤੰਤਰੀ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰ ਸਕਦਾ ਹੈ। ਰੂਸ ਆਪਣੀ ਫੌਜ ਨੂੰ ਕ੍ਰੀਮੀਆ, ਬੇਲਾਰੂਸ ਅਤੇ ਯੂਕਰੇਨ ਦੀ ਪੂਰਬੀ ਸਰਹੱਦ 'ਤੇ ਆਪਣੀ ਸੈਨਾ ਨੂੰ ਰਹਿਣ ਦੇ ਸਕਦਾ ਹੈ। ਪੁਤਿਨ ਦੋ ਹੋਰ ਕੰਮ ਕਰ ਸਕਦਾ ਹੈ। ਇੱਕ, ਯੂਕਰੇਨ ਵਿੱਚ ਨੋ ਫਲਾਈ ਜ਼ੋਨ ਬਣਾ ਕੇ ਜਾਂ ਯੂਕਰੇਨ ਦੇ ਹਵਾਈ ਅੱਡੇ ਨੂੰ ਰੋਕ ਕੇ ਬੇਲਾਰੂਸ ਨੂੰ ਪਰਮਾਣੂ ਹਥਿਆਰ ਭੇਜ ਸਕਦਾ ਹੈ। ਦੂਜਾ, ਸਾਈਬਰ ਹਮਲਾ ਹੋਣ ਦੀ ਵੀ ਸੰਭਾਵਨਾ ਹੈ। ਯੂਕਰੇਨ ਦੀ ਸਰਕਾਰੀ ਵੈਬਸਾਈਟ ਜਨਵਰੀ ਵਿੱਚ ਡਾਊਨ ਹੋ ਗਈ ਸੀ ਅਤੇ ਫਰਵਰੀ ਵਿੱਚ ਯੂਕਰੇਨ ਦੇ 2 ਸਭ ਤੋਂ ਵੱਡੇ ਬੈਂਕਾਂ ਨੂੰ ਭਾਰੀ ਮਾਰ ਪਈ ਸੀ। ਯੂਕਰੇਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਫੌਜੀ ਤਾਕਤ ਵਧਾ ਦਿੱਤੀ ਹੈ ਅਤੇ ਹੁਣ ਸਾਰੇ ਸੈਨਿਕਾਂ ਨੂੰ ਮੋਰਚੇ 'ਤੇ ਬੁਲਾਇਆ ਗਿਆ ਹੈ, ਪਰ ਰੂਸ ਕੋਲ ਯੂਕਰੇਨ ਨਾਲੋਂ ਜ਼ਿਆਦਾ ਫੌਜ ਹੈ, ਇਸ ਲਈ ਨਾਟੋ ਯੂਕਰੇਨ ਦੀ ਮਦਦ ਕਰੇਗਾ। ਸੋ ਹੋਰ ਜਾਣਕਾਰੀ ਲਈ ਅਸੀਂ ਤੁਹਾਡੇ ਨਾਲ ਬਣੇ ਰਹਾਂਗੇ। ਧੰਨਵਾਦ।